ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਤੇ ਇਸ ਸਮੇਂ ਸਾਡੇ ਨਾਲ ਸਾਡੇ ਕਠੂਆ ਤੋਂ ਸਹਿਯੋਗੀ ਵੀਰ ਸਰਦਾਰ ਹਰਵਿੰਦਰ ਸਿੰਘ ਜੀ ਨੇ, ਜਿਹੜੇ ਤੁਸੀਂ ਕਿ ਜਿਵੇਂ ਸਾਰੇ ਜਾਣਦੇ ਹੋ ਕਿ ਕਠੂਆ ਦੀਆਂ ਸਿੱਖ ਗਤੀਵਿਧੀਆਂ ਤੋਂ ਸਾਨੂੰ ਜਾਣੂ ਇੱਕ ਬਾਣੀ ਚੈਨਲ ਦੇ ਰਾਹੀਂ ਸਰਦਾਰ ਹਰਵਿੰਦਰ ਸਿੰਘ ਜੀ ਹੀ ਕਰਵਾਉਂਦੇ ਨੇ। ਤੇ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੇਰਾ ਜਿਹੜਾ ਮਕਸਦ, ਅੱਜ ਅਸੀਂ ਦੋਨੋਂ ਆਪਸ ਦੇ ਵਿੱਚ ਤਾਂ ਗੱਲ ਕਰ ਰਹੇ ਹਾਂ ਕਿ ਕੱਲ ਸਪੌਟ ਦੇ ਉੱਤੇ ਸਨ ਵੀਰ ਜੀ, ਜਦੋਂ ਇਹ ਆਰਸਪੁਰਾ ਦੇ ਵਿੱਚ ਸਾਰਾ ਮਾਮਲਾ ਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਸਟੇਸ਼ਨ ਜਾਇਆ ਜਾਂਦਾ, ਉਸ ਨੌਜਵਾਨ ਦੇ ਨਾਲ ਕੀ ਘਟਦਾ ਜੀ। ਇੱਕ ਬਾਣੀ ਚੈਨਲ ਦੇ ਉੱਤੇ ਵੀ ਸਾਰੀ ਵੀਡੀਓ ਤੁਹਾਨੂੰ ਵਿਖਾਈ ਸੀ, ਤਾਂ ਸਾਡੇ ਵੀਰ ਉੱਥੋਂ ਕਵਰ ਕਰਨ ਗਏ ਹੋਏ ਸਨ, ਇਹਨਾਂ ਨੇ ਹੀ ਸਾਰੀ ਫੁਟੇਜ ਉੱਥੋਂ ਲੈ ਕੇ ਆਂਦੀ, ਸਾਰਿਆਂ ਦੇ ਵਿਚਾਰ ਉੱਥੋਂ ਲਏ। ਤਾਂ ਮੈਂ ਵੀਰ ਹਰਵਿੰਦਰ ਸਿੰਘ ਜੀ, ਮੈਂ ਚਾਹਾਂਗੀ ਕਿ ਇੱਕ ਵਾਰੀ ਤੁਸੀਂ ਸਾਰਾ ਮਸਲਾ ਦੱਸ ਦਿਓ, ਕਿਉਂਕਿ ਉੱਥੇ ਤੁਸੀਂ ਔਰ ਤੁਹਾਡੇ ਨਾਲ ਨੌਜਵਾਨ ਵੀ ਬਹੁਤ ਸਾਰੇ ਸਨ, ਔਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਟੌਹਰਾ ਵੀ ਉੱਥੇ ਮੌਜੂਦ ਸਨ। ਸਭ ਤੋਂ ਪਹਿਲਾਂ ਤਾਂ ਇੱਕ ਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤਾਂ ਜਿੱਦਾਂ ਕਿ ਸਾਰੇ ਹੀ ਦਰਸ਼ਕਾਂ ਨੇ ਕੱਲ ਦੀ ਜਿਹੜੀ ਵੀਡੀਓ ਇੱਕ ਬਾਣੀ ਚੈਨਲ ਦੇ ਉੱਤੇ ਦੇਖੀ ਹੈ ਕਿ ਇੱਕ ਇਨਸੀਡੈਂਟ ਜਿਸ ਦੇ ਵਿੱਚ ਇੱਕ 24 ਸਾਲ ਦਾ ਨੌਜਵਾਨ ਸਿੱਖ ਮੁੰਡਾ ਜਿਸ ਦਾ ਨਾਮ ਸਰਦਾਰ ਰਵਿੰਦਰ ਸਿੰਘ ਜੀ ਸੀ, ਐਕਚੁਅਲੀ ਉਹ ਸੈਮਸੰਗ ਵਿਖੇ ਜੌਬ ਕਰਦੇ ਹਨ ਤੇ ਦਿਨ ਦੇ ਵਿੱਚ ਉਹਨਾਂ ਨੂੰ ਤਕਰੀਬਨ ਕਈ ਸਾਰੀ ਕਾਲਸ ਆਉਂਦੀਆਂ ਹੋਣਗੀਆਂ ਕਿ ਕੋਈ ਟੈਕਨੀਕਲ ਐਰਰ, ਕੋਈ ਵੀ ਇਲੈਕਟ੍ਰੋਨਿਕ ਚੀਜ਼ਾਂ ਦੇ ਉੱਤੇ ਆ ਜਾਂਦਾ ਤੇ ਫਿਰ ਉਹ ਘਰ ਜਾ ਕੇ ਉਸ ਚੀਜ਼ ਨੂੰ ਰਿਜ਼ੋਲਵ ਕਰਦੇ ਹਨ। ਤੇ ਸਾਨੂੰ ਪਤਾ ਹੀ ਹੈ ਇਸ ਚੀਜ਼ ਦਾ ਕਿ ਕੋਈ ਵੀ ਇੰਜੀਨੀਅਰ ਜਦੋਂ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਦਾ ਉਹਨੂੰ ਕਾਲਸ ਬੇਹੱਦ ਆਉਂਦੀਆਂ ਉਸ ਚੀਜ਼ ਦੀਆਂ ਨਾ। ਤਾਂ ਉਸੇ ਚੀਜ਼ ਨੂੰ ਦੇਖਦੇ ਹੋਏ ਉਹ ਕਿਸੇ ਚੀਜ਼ ਦਾ ਵੇਰਵਾ ਲੈਣ ਹੀ ਜਾ ਰਹੇ ਸੀ, ਇਲੈਕਟ੍ਰੋਨਿਕ ਚੀਜ਼ ਦਾ। ਤਾਂ ਰਸਤੇ ਦੇ ਵਿੱਚ ਇੱਕ ਕਾਲ ਆਉਂਦੀ ਹੈ ਉਹਨਾਂ ਨੂੰ, ਤਾਂ ਉਹ ਕਾਲ ਰਿਸੀਵ ਕਰ ਹੀ ਰਹੇ ਹੁੰਦੇ ਹਨ ਕਿ ਇੱਕ ਬਾਈਕ ਸਵਾਰ ਜਿਹੜੇ ਦੱਸੇ ਜਾ ਰਹੇ ਨੇ ਕਿ ਕਾਂਸਟੇਬਲ ਸਨ, ਉਹਨਾਂ ਨੇ ਉਹਨਾਂ ਨੂੰ ਰੋਕਿਆ ਔਰ ਰੋਕ ਕੇ ਉਹਨਾਂ ਨੂੰ ਬੋਲਿਆ ਕਿ ਤੁਸੀਂ ਫੋਨ ਕਿਉਂ ਯੂਜ਼ ਕਰ ਰਹੇ ਹੋ। ਤਾਂ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਕਿ ਉਹ ਜਿਹੜਾ ਸਿੱਖ ਨੌਜਵਾਨ ਮੁੰਡਾ ਸੀ, ਉਹ ਕਾਫੀ ਇੱਕ ਸ਼ਰੀਫ ਸੁਭਾਅ ਦਾ, ਇੱਕ ਪੇਸ਼ੈਂਸ ਰੱਖਣ ਵਾਲਾ ਮੁੰਡਾ ਸੀ। ਤਾਂ ਉਹਨੇ ਵੀਡੀਓ ਦੇ ਵਿੱਚ ਵੀ ਖੁਦ ਹੀ ਇਸ ਚੀਜ਼ ਨੂੰ ਕਿਹਾ ਕਿ ਉਹਨਾਂ ਨੇ ਜਦੋਂ ਮੈਨੂੰ ਕਿਹਾ ਤਾਂ ਮੈਂ ਵੀ ਅੱਗੋਂ ਇੱਕ ਡਾਇਲੋਗ ਦੇ ਤੌਰ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਵੀਰ ਜੀ, ਕਿਉਂਕਿ ਉਹਨਾਂ ਨੇ ਉਸ ਟਾਈਮ ਯੂਨੀਫਾਰਮ ਨਹੀਂ ਪਾਈ ਹੋਈ ਸੀ। ਤਾਂ ਜਦੋਂ ਉਹਨਾਂ ਨੇ ਯੂਨੀਫਾਰਮ ਨਹੀਂ ਪਾਈ ਸੀ ਤੇ ਉਹਨਾਂ ਨੇ ਵੀ ਰੈਂਡਮਲੀ ਇਦਾਂ ਹੀ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਖੁਦ ਵੀ ਹੈਲਮਟ ਨਹੀਂ ਪਾਈ ਹੋਈ ਤੇ ਤੁਸੀਂ ਮੈਨੂੰ ਰੋਕ ਰਹੇ ਹੋ, ਤੇ ਇਸ ਦਾ ਕੀ ਰੀਜ਼ਨ ਹੈ। ਬਸ ਉਹ ਛੋਟੀ ਮੋਟੀ ਅਗਰ ਡਾਇਲੋਗ, ਬੰਦਾ ਇਸ ਸਮੇਂ ਅਵੇਅਰ ਹੈ, ਕੋਈ ਕਿਸੇ ਦੀ ਗੱਲ ਏਦਾਂ ਨਹੀਂ ਅਗਲਾ ਗੱਲ ਮੂਹਰੋਂ ਕਹਿ ਸਕਦਾ ਹੈ ਕਿ ਤੁਸੀਂ ਆਪ ਵੀ ਤਾਂ ਹੈਲਮਟ ਨਹੀਂ ਪਾਈ, ਤੁਸੀਂ ਵੀ ਤਾਂ ਕਾਨੂੰਨ ਦੇ ਰਾਖੇ ਹੋ। ਜਿੱਦਾਂ ਕਿ ਸਾਨੂੰ ਪਤਾ ਨਾ ਕਿ ਰੋਡ ਦੇ ਉੱਤੇ ਚੱਲਦੇ ਹੁਣ ਅਗਰ ਕੋਈ ਸਿਵਲ ਡਰੈਸ ਦੇ ਵਿੱਚ ਹੈ, ਸਪੋਜ਼ ਕਰੋ ਕਿ ਮੈਂ ਹੀ ਜਾ ਰਿਹਾ, ਅਗਰ ਮੈਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਮੇਰਾ ਪੇਸ਼ਾ ਕਿਹੜਾ ਜਾਂ ਮੇਰਾ ਬੈਕਗਰਾਉਂਡ ਵਰਕ ਕਿਹੜਾ ਹੈ, ਮੈਂ ਇਸ ਤਰ੍ਹਾਂ ਹੀ ਕਿਸੇ ਚੱਲਦੇ ਰਾਹ ਚੱਲਦੇ ਵੀਰ ਨੂੰ ਰੋਕ ਕੇ ਉਹਨੂੰ ਕਹਿ ਦੇਵਾਂਗਾ ਕਿ ਵੀਰ ਜੀ ਤੁਹਾਡੀ ਹੈਲਮਟ ਕਿੱਥੇ ਹੈ, ਤਾਂ ਉਹ ਮੈਨੂੰ ਤੇ ਅੱਗੋਂ ਕੁਛ ਨਾ ਕੁਛ ਤਾਂ ਬੋਲੇਗਾ ਹੀ, ਕਿਉਂਕਿ ਉਹਨੂੰ ਥੋੜੀ ਪਤਾ ਕਿ ਮੈਂ ਇੱਕ ਪੁਲਿਸ ਮਹਿਕਮੇ ਨਾਲ ਜੁੜਿਆ ਹੋਇਆ ਜਾਂ ਟ੍ਰੈਫਿਕ ਪੁਲਿਸ ਨਾਲ ਜੁੜਿਆ ਹੋਇਆ। ਉਹੀ ਚੀਜ਼ ਉਸ ਵੀਰ ਨੇ ਉਸ ਟਾਈਮ ਕੀਤੀ, ਉਹਨਾਂ ਨੂੰ ਪੁੱਛਿਆ ਕਿ ਵੀਰ ਜੀ ਤੁਸੀਂ ਆਪ ਵੀ ਹੈਲਮਟ ਨਹੀਂ ਪਾਇਆ ਹੋਇਆ, ਤਾਂ ਤੁਸੀਂ ਮੈਨੂੰ ਕਿਦਾਂ ਬੋਲ ਸਕਦੇ ਹੋ ਫੋਨ ਦੇ ਕਰਕੇ। ਬਸ ਇੱਕ ਛੋਟੀ ਜੀ ਡਾਇਲੌਗਸ ਦੇ ਵਿੱਚ ਹੀ ਪੇਸ਼ੈਂਸ ਜਿਹੜਾ ਹੈ ਉਹ ਪੁਲਿਸ ਕਰਮੀ ਖੋ ਬੈਠਦੇ ਨੇ ਆਪਣਾ। ਤੇ ਇੱਕ ਪ੍ਰੋਸੀਜਰ ਹੁੰਦਾ ਹੈ ਇੱਕ ਆਫੀਸਰ ਦੇ ਲਈ, ਇੱਕ ਕਾਂਸਟੇਬਲ ਦੇ ਲਈ, ਉਹਨੂੰ ਫੋਲੋ ਕਰਨਾ ਹਰ ਕਿਸੇ ਦਾ ਫਰਜ਼ ਹੈ, ਕਿਉਂਕਿ ਉਹ ਇੱਕ ਪਬਲਿਕ ਸਰਵੈਂਟ ਹੈ। ਪਬਲਿਕ ਸਰਵੈਂਟ ਦਾ ਮਤਲਬ ਹੁੰਦਾ ਹੈ ਪਬਲਿਕ ਨੂੰ ਸਿਕਿਉਰ ਕਰਨਾ, ਐਸੀ ਗਤੀਵਿਧੀਆਂ ਨੂੰ ਰੋਕਣਾ, ਨਾ ਕਿ ਗੁੱਸੇ ਦੇ ਵਿੱਚ ਆ ਕੇ ਆਪਣਾ ਪੇਸ਼ੈਂਸ ਖੋ ਕੇ ਇੱਕ ਐਸੀ ਐਕਟੀਵਿਟੀ ਕਰ ਦੇਣੀ ਜਿਸ ਦੇ ਨਾਲ ਇੱਕ ਸੁਸਾਇਟੀ ਦੇ ਵਿੱਚ ਰੋਸ਼ ਪੈਦਾ ਹੋ ਜਾਂਦਾ ਹੈ, ਤਾਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਛੱਡਦੀ ਹੈ ਕੋਈ ਵੀ ਇੱਕ ਐਸੀ ਐਕਟੀਵਿਟੀ। ਐਜ਼ ਪਰ ਰਵਿੰਦਰ ਸਿੰਘ, ਉਹਨਾਂ ਨੇ ਵੀ ਇਹੀ ਕੀਤਾ, ਉਹਨਾਂ ਨੂੰ ਪਕੜ ਕੇ ਪੁਲਿਸ ਸਟੇਸ਼ਨ ਦੇ ਵਿੱਚ ਲੈ ਗਏ, ਉਹਨਾਂ ਨੂੰ ਫਿਜ਼ੀਕਲ ਅਸੌਲਟ ਕੀਤਾ, ਥੱਪੜ ਵਗੈਰਾ ਮਾਰੇ ਉਹਨਾਂ ਨੂੰ। ਉਸ ਤੋਂ ਬਾਅਦ ਉਹਨਾਂ ਦੇ ਜਿਹੜੀ ਦਸਤਾਰ ਸੀ ਉਹ ਖੁੱਲ ਜਾਂਦੀ ਹੈ, ਉਹਨਾਂ ਨੂੰ ਕੇਸਾਂ ਤੋਂ ਪਕੜ ਕੇ ਉਹਨਾਂ ਨੂੰ ਅੰਦਰ ਰੱਖ ਦਿੱਤਾ ਜਾਂਦਾ। ਸਭ ਤੋਂ ਹੈਰਾਨੀ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਉਸ ਦੇ ਵਿੱਚ ਇਹ ਸੀ ਕਿ ਉਹਨਾਂ ਦੇ ਪਰਿਵਾਰ ਨਾਲ ਸਾਂਝਾ ਨਹੀਂ ਕੀਤਾ ਗਿਆ ਕਿ ਤੁਹਾਡੇ ਪੁੱਤਰ ਨੂੰ ਅਗਰ ਇਦਾਂ ਪਕੜ ਲਿਆ ਗਿਆ ਜਾਂ ਐਸਾ ਚੀਜ਼ ਕਾਰਵਾਈ ਉਸ ਦੇ ਉੱਪਰ ਕੀਤੀ ਗਈ ਹੈ। ਹਾਲਾਂਕਿ ਪੁਲਿਸ ਦਾ ਫਰਜ਼ ਬਣਦਾ ਸੀ ਕਿ ਜਦੋਂ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਸ ਜਗ੍ਹਾ ਦੇ ਉੱਪਰ ਉਹਨਾਂ ਨੂੰ ਫੈਮਿਲੀ ਨੂੰ ਵੀ ਜਾ ਕੇ ਪਹਿਲੇ ਇਨਫੋਰਮ ਕੀਤਾ ਜਾਂਦਾ। ਲੇਕਿਨ ਕੱਲ ਰਵਿੰਦਰ ਸਿੰਘ ਜੀ ਨੇ ਇਹ ਚੀਜ਼ ਦੱਸੀ ਕਿ 4 ਘੰਟੇ ਤੱਕ ਉਸਦਾ ਫੋਨ ਸਵਿਚ ਆਫ ਕਰ ਦਿਆ ਜਾਂਦਾ ਹੈ ਔਰ ਕੋਈ ਵੀ ਸੂਹ ਉਹਨਾਂ ਦੇ ਪਰਿਵਾਰ ਤੱਕ ਨਹੀਂ ਦੱਸੀ ਜਾਂਦੀ, ਜੋ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਹੋਣ ਦੇ ਨਾਤੇ ਮੇਰੇ ਵੀ ਦਿਲ ਨੂੰ ਕਿਤੇ ਨਾ ਕਿਤੇ ਪਿੰਚ ਕੀਤੀ ਸੀ ਕਿ ਉਹ ਜਿਹੜਾ ਇੱਕ ਪ੍ਰੋਟੋਕਾਲ ਸੀ ਉਹ ਫੋਲੋ ਨਹੀਂ ਕੀਤਾ ਗਿਆ। ਕਹਿੰਦੇ ਨਾ ਕਿ ਕੁਝ ਅੱਛੇ ਬੰਦੇ ਹੁੰਦੇ ਨੇ ਸਟਾਫ ਦੇ ਵਿੱਚ ਤੇ ਕੁਝ ਗਲਤ ਬੰਦੇ ਵੀ ਹੁੰਦੇ ਨੇ। ਫਿਰ ਇੱਕ ਪੁਲਿਸ ਕਰਮੀ ਹੀ ਸੀ ਉਸੇ ਪੁਲਿਸ ਸਟੇਸ਼ਨ ਦਾ, ਤੇ ਉਹਨਾਂ ਨੇ ਇਹਨਾਂ ਨੂੰ ਦੇਖਿਆ ਕਿ ਹਾਂ ਇੱਕ ਨਜਾਇਜ਼ ਹੋ ਰਿਹਾ ਇਹਨਾਂ ਨਾਲ। ਉਹਨਾਂ ਨੇ ਕੋਲ ਆ ਕੇ ਆਖਿਆ ਪੁੱਤਰ ਜੀ ਤੁਹਾਡਾ ਘਰ ਦਾ ਕੋਈ ਐਡਰੈਸ ਜਾਂ ਨੰਬਰ ਮੈਂ ਇਨਫੋਰਮ ਕਰ ਸਕਾਂ ਤੁਹਾਡੇ ਘਰ ਨੂੰ, ਤੇ ਮੈਂ ਸ਼ਾਬਾਸ਼ ਦੇਣਾ ਚਾਹਾਂਗਾ ਉਸ ਕਾਂਸਟੇਬਲ ਨੂੰ ਜਾਂ ਜਿਹੜੇ ਵੀ ਸਨ ਉਸ ਵਕਤ ਆ ਕੇ ਉਹਨਾਂ ਨੇ
ਉਹਨਾਂ ਦਾ ਫੋਨ ਨੰਬਰ ਲੈ ਕੇ ਉਹਨਾਂ ਦੇ ਘਰ ਸੰਪਰਕ ਕੀਤਾ ਤੇ ਉਹਨਾਂ ਦੇ ਪਰਿਵਾਰ ਤੱਕ ਇਹ ਜਿਹੜੀ ਸਿਚੁਏਸ਼ਨ ਸੀ ਉਹ ਸਾਂਝਾ ਕੀਤੀ। ਤਾਂ ਇਹ ਸੀ ਕੱਲ ਦਾ ਸਾਰਾ ਇਨਸੀਡੈਂਟ ਜਿਹੜਾ ਤੇ ਕੱਲ ਵੀਰ ਜੀ ਵੀ ਸਾਰੇ ਉੱਥੇ ਦਰਸ਼ਕਾਂ ਮਤਲਬ ਨੇ। ਜਦੋਂ ਤੁਸੀਂ ਉੱਥੇ ਪਹੁੰਚੇ ਹੋ ਤਾਂ ਨੌਜਵਾਨ ਉੱਥੇ ਆਏ ਹੋਏ ਸਨ, ਨੌਜਵਾਨਾਂ ਦੇ ਵਿੱਚ ਰੋਸ਼ ਸੀ ਹਨਾ ਉਸ ਸਮੇਂ। ਮੈਂ ਕਹਿ ਸਕਦਾ ਇਸ ਗੱਲ ਨੂੰ, ਕਿਉਂਕਿ ਜਿੱਦਾਂ ਭੈਣ ਜੀ ਤੁਸੀਂ ਵੀ ਜਾਣਦੇ ਹੋ ਕਿ ਇਹ ਜਿਹੜੀ ਐਕਟੀਵਿਟੀਜ਼ ਹੈ ਨਾ, ਇਹ ਰੋਜ਼ ਹੀ ਦੇਖਣ ਨੂੰ ਮਿਲਦੀ ਹੈ ਸੁਸਾਇਟੀ ਦੇ ਵਿੱਚ। ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਫਸਟ ਟਾਈਮ ਐਸਾ ਇੰਸੀਡੈਂਟ ਹੋਇਆ ਹੈ। ਕਈ ਐਸੀ ਥਾਵਾਂ ਦੇ ਉੱਤੇ ਇੰਸੀਡੈਂਟ ਹੁੰਦਾ, ਮਾਫੀ ਮੰਗ ਕੇ ਇਹ ਜਿਹੜੀ ਕੰਪਰੋਮਾਈਜ਼ ਕਰਵਾ ਕੇ ਇਸ ਚੀਜ਼ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਲੇਕਿਨ ਇੱਥੇ ਅੱਜ ਕੁਐਸਚਨ ਇੱਕੋ ਹੈ ਮੇਰਾ, ਉਹ ਕੁਐਸਚਨ ਇੱਕ ਇਹ ਹੈ ਕਿ ਉਸ ਵੀਰ ਦੇ ਫਾਦਰ ਸਾਹਿਬ ਨਹੀਂ ਹੈ। ਸੋਰਸ ਆਫ ਇਨਕਮ ਜਿਹੜਾ ਫੈਮਿਲੀ ਦਾ ਪੂਰੇ ਦਾ ਪੂਰਾ ਉਸ ਨੌਜਵਾਨ ਮੁੰਡੇ ਦੇ ਉੱਤੇ ਹੈ। ਉਹਨਾਂ ਦੀ ਉਮਰ ਵੀ 24 ਸਾਲ ਦੇ ਗੇੜੇ ਦੇ ਵਿੱਚ ਹੈਗੀ ਹੈ। 24 ਸਾਲ ਦੇ ਮੁੰਡੇ ਦੇ ਦਿਮਾਗ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਕਿੰਨੀ ਪੋਜ਼ਿਟਿਵ ਮਾਈਂਡਸੈਟ ਉਹ ਚੀਜ਼ਾਂ ਹੁੰਦੀਆਂ ਹੋਣਗੀਆਂ, ਉਹ ਕਾਨੂੰਨ ਨੂੰ ਫੋਲੋ ਕਰਕੇ ਆਪਣਾ ਕੰਮ ਕਰਦਾ ਹੋਏਗਾ। ਕਿਆ ਸਾਨੂੰ ਲੱਗਦਾ ਹੈ ਕਿ ਅੱਜ ਇਸ ਇਨਸੀਡੈਂਟ ਤੋਂ ਬਾਅਦ 1% ਵੀ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਉਸਦੇ ਦਿਮਾਗ ਦੇ ਵਿੱਚ ਕੋਈ ਪੋਜ਼ਿਟਿਵ ਗੱਲ ਆਉਂਦੀ ਹੋਣੀ ਹੈ? ਬਿਲਕੁਲ। ਇਹ ਸਭ ਤੋਂ ਵੱਡਾ ਤੇ ਸਵਾਲ ਵੀਰੇ ਜਿਹੜਾ ਉਸ ਵੇਲੇ। ਹਾਂਜੀ ਵੀਰ ਜੀ ਉੱਥੇ ਇੱਕ ਬਾਣੀ ਚੈਨਲ, ਜਿਵੇਂ ਤੁਸੀਂ ਉੱਥੇ ਪਹੁੰਚੇ ਹਨਾ, ਆਪਾਂ ਉੱਥੇ ਪਹੁੰਚੇ, ਕਿਆ ਹੋਰ ਵੀ ਉੱਥੇ ਕੋਈ ਮੀਡੀਆ ਸੀਗਾ ਉੱਥੇ ਕਵਰ ਕਰਨ ਦੇ ਲਈ ਵੀ ਹਾਂ ਇਹ ਗਲਤ ਹੋਇਆ ਸੁਸਾਇਟੀ ਦੇ ਵਿੱਚ, ਧਾਰਮਿਕ ਸੈਂਟੀਮੈਂਟਸ ਅਸੀਂ ਕਿਸੇ ਦੇ ਹਰਟ ਨਹੀਂ ਕਰ ਸਕਦੇ? ਜਦੋਂ ਮੈਂ ਉੱਥੇ ਕਵਰੇਜ ਲਈ ਪੁੱਜਿਆ, ਮੇਰੇ ਸੰਗਿਆਨ ਦੇ ਵਿੱਚ ਇਹ ਗੱਲ ਆਈ ਕਿ ਇਹ ਐਸਾ ਇੰਸੀਡੈਂਟ ਹੋਇਆ ਹੈ, ਤਾਂ ਉਸ ਵਕਤ ਮੈਂ ਜਦੋਂ ਗੁਰਦੁਆਰਾ ਸਾਹਿਬ ਪੁੱਜਿਆ, ਕਮੇਟੀ ਦੀ ਔਰ ਪੂਰਾ ਖਾਸ ਕਰ ਪੂਰਾ ਪਿੰਡ ਹੀ ਸੀ ਉਸ ਵਕਤ ਉੱਥੇ ਆਏ ਦਾ, ਪੂਰਾ ਪਿੰਡ ਹੀ ਆਇਆ ਹੋਇਆ ਸੀ ਉੱਥੇ। ਤੇ ਉਸ ਵਕਤ ਤਾਂ ਨਹੀਂ ਸੀ ਕੋਈ, ਬਟ ਜਦੋਂ ਆਪਾਂ ਪੁਲਿਸ ਸਟੇਸ਼ਨ ਪੁੱਜੇ ਤਾਂ ਹੋਰ ਵੀ ਮੀਡੀਆ ਕਾਫੀ ਜਿਹੜਾ ਸੀ ਉੱਥੇ ਆ ਗਿਆ ਸੀ। ਜੀ। ਤੇ ਵੀਰ ਜੀ ਉਹਨਾਂ ਦੀ ਜਿਹੜੀ ਮਦਰ ਨੇ ਨਾਲ ਮਾਂ ਖੜੇ, ਬੜੇ ਉਹਨਾਂ ਨੂੰ ਇੱਕ ਕਹਿੰਦੇ ਨੇ ਨਾ ਮਾਂ, ਜਿਨ੍ਹਾਂ ਦੇ ਤੁਸੀਂ ਕਿਹਾ ਕਿ ਉਹਨਾਂ ਦੇ ਫਾਦਰ ਸਾਹਿਬ ਵੀ ਹੈ ਨਹੀਂ ਬੇਟੇ ਦੇ ਹਨਾ, ਤੇ ਇੱਕ ਮਾਂ ਦਾ ਇਕਮਾਤਰ ਉਹ ਵੀਰ ਸਹਾਰਾ ਘਰ ਦੇ ਵਿੱਚ ਕਮਾਉਣ ਵਾਲਾ। ਮਾਂ ਬੜੇ ਮਾਯੂਸ ਤੇ ਬੜੇ ਡਰੇ ਹੋਏ ਲੱਗ ਰਹੇ ਸਨ ਕਿ ਮੇਰੇ ਪੁੱਤ ਦੇ ਨਾਲ ਇਹ ਕੀ ਹੋਇਆ। ਇੱਕ ਮਾਂ ਤੇ ਉਸ ਸਮੇਂ ਕੀ ਬੀਤੀ ਹੋਈ ਲੱਗ ਰਹੀ ਸੀ, ਕਿਉਂਕਿ ਸਿਚੁਏਸ਼ਨ ਆਪਾਂ ਦੇਖੀ ਆ, ਮਾਂ ਆਪਣੇ ਬੱਚੇ ਦੇ ਨਾਲ ਲੱਗ ਕੇ ਉਹ ਰੋ ਰਹੇ ਨੇ। ਤੇ ਇੱਕ ਮਾਂ ਦੇ ਲਈ ਜਿਨ੍ਹਾਂ ਦੇ ਹਸਬੈਂਡ ਵੀ ਹੈ ਨਹੀਂ ਪਿੱਛੇ, ਇਸ ਬੱਚੇ ਦਾ ਸਹਾਰਾ ਹੀ ਨਹੀਂ ਹੈ ਸਿਰ ਤੇ ਪਿਓ ਦਾ, ਤੇ ਉਹ ਸਾਰਾ ਕਿੰਨਾ ਉਹਨਾਂ ਦੇ ਲਈ ਉਸ ਮਾਹੌਲ ਚੋਂ ਬਾਹਰ ਆਉਣਾ ਔਖਾ ਲੱਗਦਾ ਸੀ। ਬਿਲਕੁਲ। ਇੱਕ ਤੇ ਇਹਨਾਂ ਦਾ ਫਾਦਰ ਸਾਹਿਬ ਉਹਨਾਂ ਦੇ ਸਿਰ ਤੇ ਨਹੀਂ ਸਨ, ਮੈਂ ਪਹਿਲਾਂ ਹੀ ਕਿਹਾ ਸੋਰਸ ਆਫ ਇਨਕਮ ਜਿਹੜੀ ਸੀ ਪੂਰਾ ਉਸ ਮੁੰਡੇ ਦੇ ਉੱਤੇ ਸੀ। ਲੇਕਿਨ ਇਸ ਗੱਲ ਤੋਂ ਮੈਂ ਤਾਰੀਫ ਵੀ ਕਰਨਾ ਚਾਹਾਂਗਾ, ਉੱਥੇ ਦੇ ਨੌਜਵਾਨ ਵੀਰਾਂ ਦੇ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਉਸ ਵਕਤ ਖੜੇ ਸੀ, ਔਰ ਉਹ ਰੋਸ਼ ਦੇਖਣ ਵਾਲਾ ਸੀ ਕਿ ਕਿੱਦਾਂ ਇੱਕ ਫਿਜ਼ੀਕਲੀ ਅਸੌਲਟ ਕਰ ਦਿੱਤਾ ਜਾਂਦਾ ਔਰ ਐਸਾ ਦਬਕਾ ਮਾਰਿਆ ਜਾਂਦਾ ਕਿ ਪੁਲਿਸ ਸਟੇਸ਼ਨ ਦੇ ਵਿੱਚ ਜਾਂ ਉਹਦੀ ਦਸਤਾਰ ਖੋਲੀ ਜਾਂਦੀ ਹੈ। ਪੂਰੇ ਦਾ ਪੂਰਾ ਕਰਾਊਡ ਜਿਹੜਾ ਆਇਆ ਹੋਇਆ ਸੀ ਨਾ, ਉਹ ਨਾ ਖੁਸ਼ ਸੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ, ਔਰ ਉਹ ਹਰ ਇੱਕ ਦੇ ਦਿਮਾਗ ਦੇ ਵਿੱਚ ਸਵਾਲ ਸੀ। ਤੇ ਫੈਮਿਲੀ ਦੇ ਨਾਲ ਤੇ ਉਹ ਸਾਰੇ ਦੇ ਸਾਰੇ ਵੀਰ ਖੜੇ ਹੀ ਸੀ, ਜਿਹੜਾ ਕਮੇਟੀ ਸੀ ਉਹ ਵੀ ਉਸ ਵਕਤ ਉਹਨਾਂ ਦੇ ਨਾਲ ਖੜੇ ਸਨ, ਪੂਰਾ ਸਪੋਰਟ ਕਰ ਰਹੇ ਸਨ ਉਹਨਾਂ ਦੀ ਮਾਤਾ ਜੀ ਨੂੰ। ਆਖਿਰ ਮਾਂ ਤਾਂ ਫਿਰ ਇੱਕ ਮਾਂ ਹੀ ਹੁੰਦੀ ਹੈ ਨਾ, ਬੱਚੇ ਦੇ ਲਈ ਉਸਦਾ ਪਿਆਰ ਉਹ ਕਿਸੇ ਵਰਡਸ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਉਹਦਾ ਪਿਆਰ ਜਿਹੜਾ ਉਹ ਕਿਸ ਲੈਵਲ ਦਾ ਹੋ ਸਕਦਾ ਇੱਕ ਮਾਤਾ ਦਾ। ਤਾਂ ਉਹੀ ਉਸ ਵਕਤ ਦੇਖਣ ਨੂੰ ਮਿਲਿਆ, ਮਾਤਾ ਦੀ ਅੱਖਾਂ ਜਿਹੜੀ ਸਨ ਉਹ ਹੰਝੂਆਂ ਨਾਲ ਭਰੀ ਹੋਈ ਸਨ, ਔਰ ਇੱਕ ਹੀ ਜਿਹੜਾ ਸ਼ੱਕ ਔਰ ਡਰ ਸੀ ਉਸਦੇ ਦਿਮਾਗ ਦੇ ਵਿੱਚ ਕਿ ਅਗਰ ਐਸੀ ਕੋਈ ਅਨਹੋਣੀ ਹੋ ਜਾਂਦੀ ਤਾਂ ਮੈਂ ਕੀ ਖੱਟ ਲੈਣਾ ਸੀ ਇਸ ਦੁਨੀਆ ਦੇ ਵਿੱਚ ਆ ਕੇ, ਕਿਉਂਕਿ ਮੇਰਾ ਜਿਹੜਾ ਸਰ ਦੇ ਉੱਤੇ ਮੇਰਾ ਹਸਬੈਂਡ ਸੀ ਉਹ ਤਾਂ ਪਹਿਲੇ ਹੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ, ਤਾਂ ਫਿਰ ਮੇਰੇ ਪੁੱਤਰ ਨੂੰ ਵੀ ਅਗਰ ਇਦਾਂ ਦਾ ਕੁਝ ਹੋ ਜਾਂਦਾ ਤੇ ਫਿਰ ਕੀ ਬਣਨਾ ਸੀ। ਉਹ ਵੀਰ ਬੇहद ਜੀ ਜਦੋਂ ਦਿਲ ਕਿਹਾ ਨੂੰ ਗਿਆ ਕਿ ਝੰਜੋੜ ਉਸ ਕੇ ਦੱਸਣ ਵਾਲੇ ਕਾਂਸਟੇਬਲ ਹੋ ਦੇ ਗਏ। ਵੱਲੋਂ, ਜੀ ਬਿਲਕੁਲ ਵੀਰ ਜੀ, ਜਦੋਂ ਕਿਹਾ ਗਿਆ ਕਿ ਉਸ ਕਾਂਸਟੇਬਲ ਦੇ ਵੱਲੋਂ ਮਾਫੀ ਮੰਗ ਲਈ ਗਈ ਹੈ, ਕਿਆ ਨੌਜਵਾਨ ਜਾਂ ਸਾਰਿਆਂ ਦੀ ਸਹਿਮਤੀ ਪ੍ਰਗਟ ਹੋਈ ਉੱਥੇ ਕਿ ਹਾਂ ਬਿਲਕੁਲ ਜੇਕਰ ਮਾਫੀਨਾਮਾ ਦੇ ਦਿੱਤਾ ਗਿਆ, ਮਾਫੀ ਮੰਗ ਲਈ ਗਈ ਆ, ਤੇ ਇਹ ਉਸ ਨੌਜਵਾਨ ਨੇ ਵੀ ਤੇ ਜਿੰਨੇ ਵੀ ਨੌਜਵਾਨ ਬਾਹਰ ਖੜੇ ਹੋਏ ਸਨ, ਕਿਉਂਕਿ ਨੌਜਵਾਨਾਂ ਦੇ ਵਿੱਚ ਰੋਸ਼ ਵੇਖਣ ਨੂੰ ਮਿਲ ਰਿਹਾ ਸੀ, ਤਾਂ ਉੱਥੇ ਜਿਹੜੇ ਮੋਤਬਾਰ ਸਨ, ਜਿਹੜੇ ਸੁਲਝੇ ਹੋਏ ਇਨਸਾਨ, ਜਿਵੇਂ ਆਪਾਂ ਨੌਜਵਾਨਾਂ ਦੀ ਉਮਰ ਤੋਂ ਵੱਡੇ, ਕਿ ਉਹਨਾਂ ਵੱਲੋਂ ਨੌਜਵਾਨਾਂ ਨੂੰ ਸਮਝਾਇਆ ਗਿਆ? ਬਿਲਕੁਲ ਬਿਲਕੁਲ, ਇਸ ਗੱਲ ਨੂੰ ਮੈਂ ਜ਼ਿਆਦਾ ਪ੍ਰਾਇੋਰਟੀ ਦੇ ਉੱਤੇ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ। ਉੱਥੇ ਦੇ ਜਿਹੜੇ ਵੀ ਸਿੱਖ ਯੂਥ ਸੀ ਨਾ, ਜਿਹੜੇ ਨੌਜਵਾਨ ਵੀਰ ਸਨ ਸਾਡੇ, ਉਹ ਇਸ ਚੀਜ਼ ਨੂੰ ਐਕਸੈਪਟ ਕਰਨ ਦੇ ਵਿੱਚ ਨਹੀਂ ਹੈਗੇ ਸੀ ਕਿ ਮਾਫੀਨਾਮਾ ਹੋਣਾ ਚਾਹੀਦਾ ਜਾਂ ਐਸਾ ਹੋਣਾ ਚਾਹੀਦਾ। ਉਹ ਇੱਕ ਹੀ ਚੀਜ਼ ਚਾਹ ਰਹੇ ਸੀ ਕਿ ਅਗਰ ਅੱਜ ਐਸਾ ਇੰਸੀਡੈਂਟ ਹੋਇਆ, ਦੁਬਾਰਾ ਐਸਾ ਇੰਸੀਡੈਂਟ ਨਹੀਂ ਹੋਣਾ ਚਾਹੀਦਾ, ਇੱਕ ਐਸੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਇਸ ਕੇਸ ਨੂੰ ਲੈ ਕੇ। ਮੈਂ ਫਿਰ ਵੀ ਦੱਸਿਆ ਹੈ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਹੁੰਦੀ ਹੈ, ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕਨਸੈਪਟ ਚੱਲ ਰਿਹਾ ਹੁੰਦਾ ਹੈ ਕਿ ਜਿਹੜੀ ਵੀ ਐਸੀ ਕੋਈ ਐਕਟੀਵਿਟੀ ਹੋ ਚੁੱਕੀ ਹੁੰਦੀ ਹੈ ਪੁਲਿਸ ਦੇ ਵਿੱਚ ਜਾਂ ਸਿਵਲ ਪਬਲਿਕ ਦੇ ਵਿੱਚ, ਉਹਨੂੰ ਕਿਸ ਤਰ੍ਹਾਂ ਕੰਪਰੋਮਾਈਜ਼ ਨਾਲ ਹੱਲ ਕੀਤਾ ਜਾ ਸਕੇ। ਅਗਰ ਉਸ ਟਾਈਮ ਉਹ ਹੱਲ ਨਾ ਕੱਢਿਆ ਜਾਂਦਾ ਤੇ ਇਹ ਇਸ਼ੂ ਜਿਹੜਾ ਬਰਨਿੰਗ ਇਸ਼ੂ ਹੋਰ ਜ਼ਿਆਦਾ ਵੱਧ ਜਾਣਾ ਸੀ। ਇਸ ਚੀਜ਼ ਦਾ ਰੋਸ਼ ਮੈਂ ਕਹਿ ਸਕਦਾ ਕਿ ਉੱਥੇ ਜਿਹੜੇ ਨੌਜਵਾਨ ਵੀਰ ਸਨ ਉਹਨਾਂ ਦੇ ਦਿਲਾਂ ਵਿੱਚ ਹੈਗਾ ਸੀ ਕਿ ਇਸ ਚੀਜ਼ ਨੂੰ ਹੋਰ ਜ਼ਿਆਦਾ ਅੱਗੇ ਨੂੰ ਲਿਆਉਣਾ ਚਾਹੀਦਾ ਔਰ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਾਂਸਟੇਬਲ ਨੇ ਇਹ ਹੋਲਿਕਾ ਕੀਤਾ। ਜੀ ਬਿਲਕੁਲ ਵੀਰ ਜੀ, ਕਿਉਂਕਿ ਆਪਾਂ ਉਸ ਵੀਡੀਓ ਦੇ ਕਮੈਂਟਾਂ ਦੇ ਰਾਹੀਂ ਵੀ ਦੇਖ ਰਹੇ ਹਾਂ, ਨੌਜਵਾਨਾਂ 'ਚ ਕਾਫੀ ਜ਼ਿਆਦਾ ਰੋਸ਼ ਹੈ।
ਹਨਾ, ਤੇ ਆਪਾਂ ਉਹਨਾਂ ਨੂੰ ਇਹੀ ਅਪੀਲ ਕਰਾਂਗੇ ਕਿ ਕਹਿੰਦੇ ਨੇ ਕਿ ਇੱਕ ਵਾਰੀ ਚਲੋ ਆਪਾਂ ਦੇਖਦੇ ਹੁੰਦੇ ਆ ਕਿ ਕੀ ਹਾਲਾਤ ਵਾਪਰੇ ਨੇ। ਜੇਕਰ ਇਸ ਚੀਜ਼ ਤੋਂ ਸਾਰੇ ਸੇਧ ਲੈ ਲੈਣ, ਇਹ ਨਹੀਂ ਕਿ ਸਿਰਫ ਸਾਡੀ ਕੌਮ ਦੇ ਸੈਂਟੀਮੈਂਟਸ ਹੁੰਦੇ ਨੇ, ਹਰੇਕ ਦੇ ਧਾਰਮਿਕ ਸੈਂਟੀਮੈਂਟਸ ਹੁੰਦੇ ਨੇ। ਕਿਸੇ ਨੂੰ ਅਧਿਕਾਰ ਨਹੀਂ, ਕਿਸੇ ਸੰਵਿਧਾਨ ਦੇ ਵਿੱਚ ਨਹੀਂ ਲਿਖਿਆ ਕਿ ਤੁਸੀਂ ਸਾਡੇ ਭਾਰਤ ਦੇ ਵਿੱਚ ਤਾਂ ਧਰਮ ਨੂੰ ਮੂਲ ਦੱਸਿਆ ਗਿਆ, ਸਭ ਤੋਂ ਉੱਪਰ ਦੱਸਿਆ ਗਿਆ ਵਾ ਕਿ ਧਰਮ ਜਿਹੜਾ ਉਹਨੂੰ ਸਭ ਤੋਂ ਜ਼ਿਆਦਾ ਮਾਨਿਅਤਾ ਹਰੇਕ ਦੇ ਧਰਮ ਨੂੰ ਦਿੱਤੀ ਗਈ ਆ। ਕਿਆ ਇਸ ਚੀਜ਼ ਤੋਂ ਇਹ ਸੋਚ ਲੈ ਲੈਣੀ ਚਾਹੀਦੀ ਹੈ ਵੀ ਹਾਂ ਅੱਜ ਇਸ ਇਨਸਾਨ ਸਾਡੇ ਨਾਲ ਕੀਤਾ, ਕੱਲ ਨੂੰ ਕਿਸੇ ਵੀ ਹੋਰ, ਕਿਉਂਕਿ ਉਹ ਮਾਨਸਿਕ ਬਿਮਾਰੀ ਦੇ ਰੋਗੀ ਇਨਸਾਨ ਹੁੰਦੇ ਨੇ ਜਿਹੜੇ ਸਮਾਜ ਦੇ ਵਿੱਚ ਰਹਿ ਕੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ, ਉਹ ਕਿਸੇ ਵੀ ਧਰਮ ਦੇ ਲਈ ਹਾਨੀਕਾਰਕ ਹੋ ਸਕਦੇ ਨੇ। ਤੁਸੀਂ ਕਿਵੇਂ ਕਹਿੰਦੇ ਹੋ? ਬਿਲਕੁਲ, ਮੈਂ ਇੱਥੇ ਨਾ ਕੱਲ ਦੇ ਇੰਸੀਡੈਂਟ ਨੂੰ ਵੇਖਦੇ ਹੋਏ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਇੱਕ ਚੀਜ਼ ਨੂੰ ਜ਼ਰੂਰ ਤੁਹਾਡੇ ਨਾਲ ਤੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਾਂਗਾ। ਜਿੱਦਾਂ ਕਿ ਕੱਲ ਇੱਕ ਚੀਜ਼ ਮੈਂ ਮੇਨ ਦੇਖੀ ਹੈ, ਅਗਰ ਕੋਈ ਪੁਲਿਸ ਵਾਲਾ ਐਸੀ ਹਰਕਤ ਕਰ ਦਿੰਦਾ ਹੈ ਫਿਜ਼ੀਕਲ ਅਸੌਲਟ ਦੀ, ਜਾਂ ਉਹਨੂੰ ਥੱਪੜ ਮਾਰਿਆ ਜਾਂ ਉਸਦੇ ਕੇਸ ਤੋਂ ਪਕੜ ਕੇ ਆ, ਉਸਦੀ ਮੈਡੀਕਲ ਰਿਪੋਰਟ ਦੇ ਵਿੱਚ ਤੇ ਕੁਝ ਵੀ ਨਹੀਂ ਆਏਗਾ ਨਾ ਐਸਾ। ਫਿਰ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰੂਫ ਕਰ ਪਾਏਗਾ ਕਿ ਹਾਂਜੀ ਇਹ ਜਿਹੜਾ ਫਿਜ਼ੀਕਲ ਅਸੌਲਟ ਮੇਰੇ ਨਾਲ ਹੋਇਆ ਜਾਂ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ। ਇਹ ਚੀਜ਼ ਮੇਰੇ ਦਿਮਾਗ ਦੇ ਵਿੱਚ ਕੱਲ ਸਟ੍ਰਾਈਕ ਕੀਤੀ ਹੈ ਕਿ ਇਸ ਚੀਜ਼ ਨੂੰ ਕਿੱਦਾਂ ਆਪਾਂ ਹੋਰ ਜ਼ਿਆਦਾ ਅੱਗੇ ਨੂੰ ਲਿਆ ਸਕਦੇ ਹਾਂ। ਕਿਉਂਕਿ ਅਗਰ ਮੈਂ ਗੱਲ ਕਰਾਂ ਐਕਸ਼ਨ ਲੈਣ ਦੀ, ਤਾਂ ਫਿਰ ਉਹ ਕਿਸ ਬੇਸ ਤੇ ਐਕਸ਼ਨ ਲੈਂਦੇ ਕਿ ਮੈਡੀਕਲ ਉਹਨਾਂ ਦਾ ਹੋਇਆ ਨਹੀਂ ਹੈ, ਉਹਨਾਂ ਨੂੰ ਕੋਈ ਐਸੇ ਡੈਮੇਜਿਸ ਪਾਰਟਸ ਦੇ ਉੱਪਰ ਆਏ ਨਹੀਂ ਹੈਗੇ ਜਿਹੜੇ ਉਹਨਾਂ ਨੂੰ ਲੈ ਕੇ ਇੱਕ ਰਿਪੋਰਟ ਜੀ। ਤਿਆਰ ਕੀਤੀ ਜਾਏ, ਉਹਨਾਂ ਦੇ ਉੱਪਰ FIR ਕੀਤੀ ਜਾਏ। ਇਹ ਚੀਜ਼ ਹੂੰ। ਕੱਲ ਜਿਹੜੀ ਸੀ ਮੇਨ ਦਿਮਾਗ ਦੇ ਵਿੱਚ ਸਟ੍ਰਾਈਕ ਕੀਤੀ ਹੈ। ਔਰ ਮੈਂ ਇਹ ਚੀਜ਼ ਜ਼ਰੂਰ ਦੱਸਣਾ ਚਾਹਾਂਗਾ ਸਾਰੇ ਹੀ ਇਕਬਾਣੀ ਚੈਨਲ ਦੇ ਨਾਲ ਜਿਹੜੇ ਜੁੜੇ ਹੋਏ ਪਰਿਵਾਰ ਹਨ ਕਿ ਕਦੇ ਵੀ ਐਸਾ ਇੰਸੀਡੈਂਟ ਹੋ ਜਾਂਦਾ ਤੁਸੀਂ ਡਰਨਾ ਬਿਲਕੁਲ ਨਹੀਂ ਹੈ। ਕਿਉਂ ਨਹੀਂ ਡਰਨਾ? ਇੱਕ ਤੇ ਤੁਸੀਂ ਕੋਈ ਬਦਤਮੀਜ਼ੀ ਕਿਸੇ ਸਟਾਫ ਦੇ ਨਾਲ ਨਹੀਂ ਕਰਨੀ ਕਿਉਂਕਿ ਤੁਸੀਂ ਇੱਕ ਰਿਸਪੌਂਸਿਬਲ ਸਿਟੀਜ਼ਨ ਹੋ। ਤੁਹਾਡੇ ਜਿਹੜੇ ਮਨੁੱਖੀ ਅਧਿਕਾਰ ਹਨ ਉਹਨਾਂ ਨੂੰ ਸਮਝਣ ਦੀ ਪੂਰੀ ਜਿਹੜੀ ਹੈ ਉਹ ਉਸਦੇ ਉੱਪਰ ਅਮਲ ਕਰਨਾ ਹੈ, ਆਪਣੀ ਜਿਹੜੀ ਤੁਹਾਡੀ ਰਿਸਪੌਂਸਿਬਿਲਿਟੀ ਹਨ। ਤੁਸੀਂ ਤੁਹਾਡਾ ਕੀ ਰਾਈਟਸ ਬਿਲਕੁਲ। ਹਨ, ਕੋਈ ਵੀ ਤੁਹਾਨੂੰ ਫਿਜ਼ੀਕਲੀ ਅਸੌਲਟ ਕਦੇ ਨਹੀਂ ਕਰ ਸਕਦਾ ਜਦ ਤੱਕ ਉਹਨਾਂ ਨੂੰ ਤੁਹਾਡੇ ਉੱਪਰ 101% ਸ਼ੋਰਟੀ ਨਾ ਹੋਏ ਕਿ ਤੁਹਾਡੀ ਗਲਤੀ ਕੀ ਹੈ ਔਰ ਤੁਸੀਂ ਕੀ ਕੀਤਾ ਹੈਗਾ ਇਸ ਚੀਜ਼ ਦੇ ਉੱਪਰ। ਇਹ ਚੀਜ਼ ਬੜੀ ਮੈਂ ਕੱਲ ਜਿਹੜੀ ਨੋਟਿਸ ਕਰ ਰਿਹਾ ਸੀ ਇਸ ਚੀਜ਼ ਨੂੰ ਨਾ ਪੁਲਿਸ ਸਟੇਸ਼ਨ ਦੇ ਬਿਲਕੁਲ ਅੰਦਰ। ਜੀ ਜੀ। ਜੀ। ਬਿਲਕੁਲ ਵੀਰ ਜੀ, ਤੁਸੀਂ ਬਿਲਕੁਲ ਵਧੀਆ, ਇਹ ਬਹੁਤ ਸਹੀ ਗੱਲ ਕਹੀ ਆ ਕਿ ਇਹੋ ਜਿਹੇ ਤੁਸੀਂ ਕੋਈ ਚੀਜ਼ ਕ੍ਰੀਏਟ ਹੀ ਨਾ ਕਰੀਏ ਸਮਾਜ ਦੇ ਵਿੱਚ, ਹਨਾ, ਕਿ ਹਰ ਇੱਕ ਬਿਲਕੁਲ ਬੰਦਾ ਆਪਣੇ ਆਪਦਾ ਬੇਸਿਕ ਆਪਦਾ ਫਰਜ਼ ਸਮਝ ਕੇ ਜੀ। ਬੇਸਿਕ ਰਾਈਟਸ ਹਨ ਤੁਹਾਡੇ। ਅਗਰ ਇੱਕ ਪੁਲਿਸ ਕਰਮੀ ਵੀ ਹੈ ਨਾ, ਉਹ ਤੁਹਾਨੂੰ ਤਦ ਤੱਕ ਟੱਚ ਨਹੀਂ ਕਰ ਸਕਦਾ ਜਦ ਤੱਕ ਤੁਹਾਡੀ 101% ਉਹਨੂੰ ਪਤਾ ਨਾ ਚੱਲ ਜਾਏ ਕਿ ਤੁਹਾਡੀ ਗਲਤੀ ਕੀ ਹੈ। ਉਹੀ ਉਸੇ ਕੇਸ ਦੇ ਵਿੱਚ ਹੋਇਆ। ਅਗਰ ਉਹ ਪੁਲਿਸ ਵਾਲਾ ਕਾਂਸਟੇਬਲ ਜਿਹੜਾ ਉਹ ਸਮਝਦਾਰ ਹੁੰਦਾ, ਜਾਂ ਤਾਂ ਉਹਨਾਂ ਦੀ ਬਾਈਕ ਸੀਜ਼ ਕਰਦਾ ਜਾਂ ਤੇ ਇੱਕ ਚਲਾਨ ਕਰ ਛੱਡਦਾ। ਹਾਲਾਂਕਿ ਉਹਨੂੰ ਉਹ ਵੀ ਅਥਾਰਟੀ ਨਹੀਂ ਕਿਉਂਕਿ ਉਹ ਯੂਨੀਫਾਰਮ ਦੇ ਵਿੱਚ ਨਹੀਂ ਸੀ। ਅਗਰ ਉਹਨੇ ਯੂਨੀਫਾਰਮ ਦੇ ਵਿੱਚ ਨਹੀਂ ਹੈ, ਬਿਲਕੁਲ। ਉਹ ਚੀਜ਼ ਉਹ ਅਗਰ ਉਹ ਪੁੱਛਤਿਛ ਕਰ ਰਿਹਾ, ਉਹਨੂੰ ਇਹਨਾਂ ਰਾਈਟਸ ਹੈਗੇ ਆ ਤੇ ਉਹਨੂੰ ਇਹ ਰਾਈਟ ਨਾ ਹੀ ਇਹ ਸਾਡਾ ਸੰਵਿਧਾਨ ਦਿੰਦਾ ਤੇ ਨਾ ਹੀ IPC ਦੀ ਕੋਈ ਵੀ ਐਸੀ ਧਾਰਾ ਤੁਸੀਂ ਪੜ੍ਹ ਕੇ ਕਨਸਟੀਟਿਊਸ਼ਨ ਦੇ ਵਿੱਚ ਦੇਖ ਲਓ, ਕੋਈ ਵੀ ਐਸਾ ਰਾਈਟ ਨਹੀਂ ਦਿੰਦੀ ਕਿ ਤੁਸੀਂ ਡਾਇਰੈਕਟਲੀ ਪਹਿਲੇ ਫਿਜ਼ੀਕਲ ਅਸਾਲਟ ਕਰ ਦਿਓ ਇੱਕ ਛੋਟੇ ਜਿਹੇ ਡਾਇਲੌਗਸ ਦੇ ਉੱਪਰ। ਇਸ ਦਾ ਮਤਲਬ ਹੈ ਕਿ ਪਬਲਿਕ ਸਰਵੈਂਟ ਨੂੰ ਕੰਮ ਦਿੱਤਾ ਗਿਆ ਕਿ ਸੋਸਾਇਟੀ ਨੂੰ ਅੱਛੇ ਤਰੀਕੇ ਨਾਲ ਪ੍ਰਮੋਟ ਕਰਨਾ, ਉਹਨਾਂ ਨੂੰ ਜੋੜ ਕੇ ਰੱਖਣਾ, ਨਾ ਕਿ ਐਸੇ ਵਤੀਰੇ ਕਰ ਦੇਣੇ ਕੱਲ ਨੂੰ ਜਾ ਕੇ ਕਿ ਕਹਿ ਦੇਣਾ ਕਿ ਆਪਾਂ ਤੁਹਾਡੇ ਬੈਗ ਦੇ ਵਿੱਚ ਡਰੱਗਸ ਰੱਖ ਦਾਂਗੇ ਜਾਂ ਤੁਹਾਨੂੰ ਮੈਂ ਤੁਹਾਡੀ ਸਰਦਾਰੀ ਦੱਸ ਦਾਂਗਾ। ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਔਰ ਇੱਥੇ ਐਡਮਿਨਿਸਟ੍ਰੇਸ਼ਨ ਨੂੰ ਵੀ ਬਿਲਕੁਲ। ਇਹ ਚੀਜ਼ ਸੋਚਣੀ ਚਾਹੀਦੀ ਹੈ ਐਸੇ ਇੰਸੀਡੈਂਟ ਦੇ ਉੱਪਰ ਕਿ ਆਪਣੇ ਜਿਹੜੇ ਸਟਾਫ ਨੂੰ ਉਹ ਪੂਰਨ ਰੂਪ ਤੋਂ ਇੰਸਟਰਕਸ਼ਨ ਦੇਣ, ਇੰਡੀਕੇਟ ਕਰਨ ਕਿ ਤੁਸੀਂ ਕਿਸ ਤਰ੍ਹਾਂ ਕੇਸ ਦੀ ਪੈਰਵੀ ਕਰਨੀ ਹੁੰਦੀ ਹੈ। ਇਦਾਂ ਥੋੜੀ ਕਿ ਇੱਕ ਅਨਪੜ੍ਹ ਤਰੀਕੇ ਦੀ ਤਰ੍ਹਾਂ ਤੁਸੀਂ ਆ ਕੇ ਕਿਸੇ ਵੀ ਕੇਸ ਨੂੰ ਟੈਕਲ ਕਰ ਦੋਗੇ ਤੇ ਪੁਲਿਸ ਦੀ ਹੀ ਛਵੀ ਨੂੰ ਖਰਾਬ ਕਰ ਦੋਗੇ। ਕਿਉਂਕਿ ਜਿੱਦਾਂ ਕਿ ਆਪਾਂ ਜਾਣਦੇ ਹਾਂ ਪੁਲਿਸ ਦਾ ਇੱਕ ਬੜਾ ਅੱਛਾ ਰੋਲ ਹੁੰਦਾ ਹੈ। ਅਗਰ ਐਸੇ ਕੋਈ ਗਿਣੇ ਚੁਣੇ ਅਗਰ ਕੁਝ ਗਲਤ ਲੋਕ ਹਨ ਤੇ ਕੁਝ ਅੱਛੇ ਆਫੀਸਰਸ ਵੀ ਹਨ ਜਿਹੜੇ ਇਸ ਚੀਜ਼ ਨੂੰ ਸਮਝਦੇ ਹਨ, ਤੇ ਮੈਨੂੰ ਆਸ ਹੈ ਕਿ ਜਨਤਾ ਦੀ ਆਵਾਜ਼ ਨੂੰ ਸੁਣ ਕੇ ਇਸ ਚੀਜ਼ ਨੂੰ ਜ਼ਰੂਰ ਕੰਟਰੋਲ ਕੀਤਾ ਜਾਏਗਾ। ਇਹ ਕੋਈ ਇੱਕ ਸਿੱਖ ਦੀ ਹੀ ਗੱਲ ਨਹੀਂ, ਇਹ ਹਰ ਇੱਕ ਇਨਸਾਨ ਜੋ ਇਸ ਸੋਸਾਇਟੀ ਦੇ ਵਿੱਚ ਵਸਦਾ ਹੈ ਉਸਦੇ ਲਈ ਹੈ। ਕੱਲ ਨੂੰ ਐਸਾ ਇੰਸੀਡੈਂਟ ਇਨਸਾਨੀਅਤ ਨੂੰ ਸ਼ਰਮਸ਼ਾਰ ਨਾ ਕਰੇ। ਜੀ ਵੀਰੇ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ। ਕਮੈਂਟ ਇੱਥੇ ਆਏ ਰਹੇ ਨੇ, ਉਸ ਲਾਈਵ ਦੇ ਉੱਤੇ ਵੀ ਆ ਰਹੇ ਨੇ, ਹਰ ਕੋਈ ਆਪਣੇ ਆਪਣੇ ਵਿਚਾਰ ਆ ਜਿਹੜੇ ਇਹਦੇ ਉੱਤੇ ਸਾਂਝੇ ਕਰ ਰਹੇ। ਔਰ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਸੰਵਿਧਾਨ ਨੂੰ ਮੁੱਖ ਰੱਖਦੇ ਹੋਏ ਚੱਲਣਾ ਚਾਹੀਦਾ, ਆਪਦੇ ਅਧਿਕਾਰਾਂ ਦਾ ਪਾਲਣ ਕਰੀਏ। ਹਾਂ, ਜੇਕਰ ਕੋਈ ਇਹੋ ਜਿਹੀ ਘਟਨਾ ਘਟੀਏ ਤਾਂ ਉਹਦੀ ਜੜ ਤੱਕ ਜ਼ਰੂਰ ਪਹੁੰਚੇ ਵੀ ਇਹ ਹੋਇਆ ਕਿਉਂ ਹੈ, ਉਸ ਮਤਲਬ ਉਸ ਕਾਨੂੰਨ ਨੂੰ ਹੱਥ ਵਿੱਚ ਨਾ ਲਈਏ, ਹਾਂ ਉਹਦੀ ਜੜ ਤੱਕ ਜ਼ਰੂਰ ਪਹੁੰਚੇ ਕਿ ਇਹ ਘਟਨਾ ਕਿੱਥੋਂ ਸ਼ੁਰੂ ਹੋਈ ਹੈ, ਕਿਉਂ ਘਟੀ, ਕੀ ਕਾਰਨ ਰਹੇ। ਨਾ ਕਿ ਅਸੀਂ ਸਿਰਫ ਉਸਨੂੰ ਚੀਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਹਾਂ, ਉਸਦੀ ਪੈਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਲੇਕਿਨ ਜੋਸ਼ ਨਾਲ ਨਹੀਂ, ਹੋਸ਼ ਨਾਲ ਵੀ, ਕਿ ਹੋਸ਼ ਨਾਲ ਕਾਨੂੰਨੀ ਬਿਲਕੁਲ। ਤਰੀਕੇ ਦੇ ਤੌਰ ਦੇ ਉੱਤੇ ਹਨ। ਹਾਂ, ਕਿਉਂਕਿ ਮੈਂ ਬਿਲਕੁਲ, ਕਿ ਪਹਿਲਾਂ ਸਾਨੂੰ ਹੀ ਨਾ ਕੋਈ ਤੁਹਾਡੇ ਕਵੇ। ਨਾਲ ਹਾਂਜੀ। ਮੈਂ ਜੀ ਕਿਉਂਕਿ ਜੀ ਪਹਿਲਾਂ ਵੀ ਜੀ ਜੀ ਤੁਹਾਡੇ ਵੀਰ ਨਾਲ ਜੀ ਇਹ ਜੀ। ਚੀਜ਼ ਸਾਂਝਾ ਕੀਤੀ ਹੈ ਨਾ ਕਿ ਨੌਜਵਾਨ ਵੀਰ 1% ਵੀ ਹਾਮੀ ਨਹੀਂ ਸੀ ਭਰ ਰਿਹਾ ਕੱਲ ਦੇ ਇੰਸੀਡੈਂਟ ਨੂੰ ਲੈ ਕੇ। ਫਿਰ ਮੈਂ ਲਾਸਟ ਦੇ ਵਿੱਚ ਇਹੀ ਗੱਲ ਜਿਹੜੀ ਕਹਿਣਾ ਚਾਹਾਂਗਾ ਕਿ ਉਹ ਜਿਹੜਾ ਵੀਰ ਸੀ ਨਾ, ਉਹ ਬਹੁਤ ਜ਼ਿਆਦਾ
ਸ਼ਰੀਫ ਔਰ ਉਹਨਾਂ ਪੇਸ਼ੈਂਸ ਵਾਲੇ ਸੁਭਾਅ ਵਾਲੇ ਸਨ, ਬੈਕਗਰਾਉਂਡ ਵੀ ਬਹੁਤ ਜ਼ਿਆਦਾ ਐਸਾ ਸੀ ਕਿ ਉਹ ਹਾਈਲਾਈਟ ਨਹੀਂ ਸੀ ਆਪਣੇ ਤੌਰ ਤੇ ਨਾ। ਲੇਕਿਨ ਮੈਂ ਸ਼ਾਬਾਸ਼ ਦੇਣਾ ਜੀ ਚਾਹਾਂਗਾ ਸਾਰੇ ਬਿਲਕੁਲ, ਨੌਜਵਾਨ ਕਿਰਤ ਵੀਰਾਂ ਕਰਕੇ ਨੂੰ, ਖਾਣ ਵਾਲੇ ਵੀ ਜਿੱਦਾਂ ਉਹਨਾਂ ਨੂੰ ਉਹਨਾਂ ਇਸੇ ਨੇ ਚ ਸਮਾਜ ਚ ਬਿਲਕੁਲ ਰਹਿਣਾ। ਜੀ ਜਿੱਦਾਂ ਵੀਰਾਂ ਨੇ ਸਾਥ ਦੇ ਕੇ ਹੌਸਲਾ ਅਫਜ਼ਾਈ ਕੀਤੀ ਔਰ ਪੂਰਾ ਹੀ ਫੈਮਿਲੀ ਨਾਲ ਖੜੇ ਹੋ ਚੁੱਕੇ ਸੀ ਕਿ ਆਪਾਂ ਇਹਦੇ ਜੜ ਤੱਕ ਪੁੱਜਣਾ, ਇੱਥੇ ਹੀ ਕੰਮ ਨਹੀਂ ਖਤਮ ਕਰਨਾ। ਬਟ ਫਿਰ ਗੱਲ ਉੱਥੇ ਹੀ ਆਉਂਦੀ ਹੈ ਕਿ ਉਸ ਟਾਈਮ ਜਿਹੜਾ ਬੈਠ ਕੇ ਸਾਂਝੇ ਤਰੀਕੇ ਨਾਲ ਉਹਨਾਂ ਕੋਲੋਂ ਮਾਫੀ ਮੰਗਵਾ ਲਈ ਗਈ ਕਿ ਮੈਂ ਵੀ ਗੁਰੂ ਘਰ ਨਾਲ ਜੁੜਿਆ ਹੋਇਆ ਤੇ ਮੈਂ ਐਸੇ ਇੰਸੀਡੈਂਟ, ਹਾਲਾਂਕਿ ਉਹਨੇ ਤੇ ਅਗਰ ਮਾਫੀ ਮੰਗੀ ਹੈ ਦੈਟ ਮੀਨਸ ਕਿ ਉਹਨੇ ਇੰਸੀਡੈਂਟ ਕੀਤਾ। ਇੱਕ ਮੈਂ ਸਮਝਦਾ ਕਿ ਤਫਤੀਸ਼ ਹੋਣੀ ਚਾਹੀਦੀ ਸੀ ਇਸ ਚੀਜ਼ ਦੀ। ਅਗਰ ਮੈਂ ਉੱਥੇ ਦੀ ਯੂਥ ਦੀ ਗੱਲ ਕਰਾਂ, ਉਹਨਾਂ ਦੀ ਦਿਲ ਦੀ ਗੱਲ ਤੁਹਾਡੇ ਤੱਕ ਸਾਂਝੀ ਕਰਾਂ, ਉਹ ਚਾਹੁੰਦੇ ਸੀ ਕਿ ਇਸ ਚੀਜ਼ ਦਾ ਜਿਹੜਾ ਉਹ ਅੱਗੇ ਆ ਕੇ ਤਫਤੀਸ਼ ਕਰਨੀ ਚਾਹੀਦੀ ਸੀ ਇਸ ਚੀਜ਼। ਜੀ ਵੀਰੇ, ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ। ਤੁਸੀਂ ਵੀ ਬੜੀ ਸੂਝ-ਬੂਝ ਦੇ ਨਾਲ ਆਪਣੇ ਵਿਚਾਰ ਨੇ ਜਿਹੜੇ ਨੌਜਵਾਨ, ਕਿਉਂਕਿ ਨੌਜਵਾਨ ਦੀ ਗੱਲ ਨੂੰ ਬਹੁਤ ਜਲਦੀ ਸਮਝਦਾ ਤੇ ਸੁਣਦਾ ਵੀ ਹੈ ਹਨਾ, ਉਸ ਤੇ ਅਮਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਤੁਸੀਂ ਬਤੌਰ ਨੌਜਵਾਨ ਵੀ ਆਪਦੇ ਵਿਚਾਰ ਜਿਹੜੇ ਸਾਂਝੇ ਕੀਤੇ ਨੇ, ਤੇ ਬਾਣੀ ਚੈਨਲ ਦੇ ਲਈ ਤੁਸੀਂ ਆਪਣੀ ਸੇਵਾ ਦੇ ਰਹੇ ਹੋ, ਕੰਮ ਕਰ ਰਹੇ ਹੋ, ਉਹ ਵੀ ਤੁਹਾਡੇ ਜਿਹੜੀ ਨੌਜਵਾਨਾਂ ਦੇ ਲਈ ਇੱਕ ਸੇਧ ਹੀ ਹੈਗੀ ਆ। ਤੇ ਬਹੁਤ ਬਹੁਤ ਧੰਨਵਾਦ ਵੀਰੇ। ਵਾਹਿਗੁਰੂ ਜੀ ਕਾ ਬਹੁਤ ਖਾਲਸਾ, ਬਹੁਤ ਵਾਹਿਗੁਰੂ ਜੀ ਧੰਨਵਾਦ। ਕੀ ਵਾਹਿਗੁਰੂ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ